ਚੌਧਰੀ ਵਜਾਹ ਸਾਹਿਬ ਦਾ ਵੱਡੇ ਭਾਈ ਨਾਲ ਜਿਹੜਾ ਬਾਪ ਦੀ ਜਗ੍ਹਾ ਉਹਨਾਂ ਦੇ ਭਾਈ ਨੇ ਉਹਨਾਂ ਨਾਲ ਸੁਲ੍ਹਾ ਹੋਣਾ ਬਹੁਤ ਅੱਛੀ ਗੱਲ ਹੈ। ਔਰ ਫਿਤਰਤੀ ਤੌਰ ਤੇ ਵੀ ਵਜਾਹ ਸਾਹਿਬ ਨੂੰ ਸ਼ਜਾਹ ਸਾਹਿਬ ਨਾਲ ਹੀ ਹੋਣਾ ਚਾਹੀਦਾ ਸੀ। चौधरी वजाह साहब कभी भी मुस्लिम लीग नून के खिलाफ नहीं रहे। ये सिर्फ एक परवेज साहब जो वजारत आला के लिए शहबाज शरीफ और परवेज साहब ने आपस में मत्था और जंग लगाई हुई थी। उस जंग की वजह से इस पार्टी मुस्लिम लीग को नुकसान पहुंचा। अब उन्होंने एक नया कट्टा खोल हूं बल्ला चुक के मोढ़े ते रख लिया। कदे जनाब नवाज शरीफ आया इत्थे गुजरात ओदी गड्डी चुक के मोढ़े ते रख ली। कदे जरदारी साहब दे डिप्टी प्राइम मिनिस्टर बने। शाबाश भाई तेरे असी गुजरात दे बंदे ले लिया और तेरे पीछे लगे रहिए जिधर तू जाए उधर से टुर जाइए। चौधरी अफगन फरूक साहब हमारे साथ मौजूद हैं। जो सब ये बताइएगा आने वाले टाइम में आप कौन सी पार्टी ज्वाइन करने जा रहे हैं? पहले पाकिस्तान तरीके इंसाफ में आप चले गए हैं, उसके बाद काफ लीग में दोबारा वापस आ गए हैं। ये 1 साल का टाइम है और क्या जाने से पहले जो हल्का के MNA हैं चौधरी हुसैन लाई, ये जो जितने साथी थे वर्कर्स थे करीबी, उनके साथ क्या मुशावरत की गई? दोबारा गए हैं, दोबारा कोई मुशावरत की गई है? ये अचानक फैसला है, छापों का डर है या कोई दबाव है? ये क्या मामला है सर? ਤੁਸੀਂ ਮੇਰਾ ਪਿਛਲੇ 1 ਸਾਲ ਤੋਂ ਸਾਰੇ ਵੀਲਾਗ ਅਖਬਾਰੀ ਬਿਆਨ ਵੇਖ ਲਓ। ਮੈਂ ਕਦੇ ਵੀ ਲੋਟਾ ਨਹੀਂ ਬਣਿਆ ਤੇ ਨਾ ਅੱਗੋਂ ਜ਼ਿੰਦਗੀ 'ਚ ਬਣਨਾ। ਮੈਂ ਉਦੋਂ ਵੀ ਕਾਫ 'ਚ ਸਾਂ, ਹੁਣ ਵੀ ਕਾਫ 'ਚ ਹਾਂ। ਭਾਵੇਂ ਜਿਹੜੀ ਹਸੀਅਤ ਵੀ ਹੈ ਮੇਰੀ ਛੋਟੀ ਹੈ ਜਾਂ ਵੱਡੀ ਹੈ ਜਾਂ ਕੋਈ ਕਬੂਲ ਕਰਦਾ ਜਾਂ ਨਹੀਂ ਕਰਦਾ, ਲੇਕਿਨ ਮੈਂ ਇਨਸ਼ਾਅੱਲਾ ਆਪਣੀ ਜਗ੍ਹਾ ਤੇ ਸਟੈਂਡ ਲਿਆ। ਅੱਜ ਵੀ ਮੈਂ ਹਲਕਾ 32 'ਚ ਇਨਸ਼ਾਅੱਲਾ ਤਾਲਾ ਇੱਕ ਮਜ਼ਬੂਤ ਸੂਬਾਈ ਅਸੈਂਬਲੀ ਦਾ ਉਮੀਦਵਾਰ ਹਾਂ ਔਰ ਜਦੋਂ ਵੀ ਇਲੈਕਸ਼ਨ ਹੋਣ ਮੈਂ ਇਨਸ਼ਾਅੱਲਾ ਇਲੈਕਸ਼ਨ ਲੜਾਂਗਾ। ਚੌਧਰੀ ਵਜਾਹ ਸਾਹਿਬ ਦਾ ਆਪਣੇ ਭਾਈਆਂ ਵੱਡੇ ਭਾਈ ਨਾਲ ਜਿਹੜਾ ਬਾਪ ਦੀ ਜਗ੍ਹਾ ਉਹਨਾਂ ਦੇ ਭਾਈ ਨੇ ਉਹਨਾਂ ਨਾਲ ਸੁਲ੍ਹਾ ਹੋਣਾ ਬਹੁਤ ਅੱਛੀ ਗੱਲ ਹੈ। ਇਹ ਸਾਰਿਆਂ ਬੰਦਿਆਂ ਨੂੰ ਖੁਸ਼ ਵੀ ਹੋਣਾ ਚਾਹੀਦਾ ਔਰ ਦੁਆ ਵੀ ਮੰਗਣੀ ਚਾਹੀਦੀ ਕਿ ਅੱਲਾਹ ਤਾਲਾ ਜਦੋਂ ਵੀ ਕਿਸੇ ਦੋ ਖਾਨਦਾਨ 'ਚ ਮਾੜੀ ਜੀ ਕੋਈ ਚਪਕਲਸ਼ ਹੋ ਜਾਏ ਔਰ ਉਸ ਤੋਂ ਬਾਅਦ ਉਹਨਾਂ ਦੀ ਸੁਲ੍ਹਾ ਹੋਵੇ ਤੇ ਬੰਦੇ ਬੜਾ ਖੁਸ਼ ਹੁੰਦੇ ਨੇ ਔਰ ਦੁਆ ਕਰਦੇ ਨੇ। ਔਰ ਫਿਤਰਤੀ ਤੌਰ ਤੇ ਵੀ ਵਜਾਹ ਸਾਹਿਬ ਨੂੰ ਸ਼ਜਾਹ ਸਾਹਿਬ ਨਾਲ ਹੀ ਹੋਣਾ ਚਾਹੀਦਾ ਸੀ। ਪਰਵੇਜ਼ ਸਾਹਿਬ ਨੇ ਉਹਨਾਂ ਨੂੰ ਵੀ ਹਮੇਸ਼ਾ ਸਿਆਸਤ ਸ਼ਜਾਹ ਸਾਹਿਬ ਹੀ ਕਰਾਈ ਹੈ। ਸ਼ਜਾਹ ਸਾਹਿਬ ਹੀ ਉਹਨਾਂ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਬਣਵਾਇਆ, ਸ਼ਜਾਹ ਸਾਹਿਬ ਹੀ ਉਹਨਾਂ ਨੂੰ ਵਜ਼ੀਰ ਆਲਾ ਬਣਵਾਇਆ। ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪ ਹੀ ਉਹ ਪਿੱਛੇ ਰਹੇ ਲੇਕਿਨ ਉਹਨਾਂ ਨੂੰ ਸਿਆਸਤ 'ਚੋਂ ਅੱਗੇ ਕਰਤੇ। ਜ਼ਿਲ੍ਹੇ ਗੁਜਰਾਤ 'ਚ ਸਿਆਸਤ ਜਿੰਨੀ ਹੈ ਉਹ ਚੌਧਰੀ ਜ਼ੋਹਰ ਲਾਈ ਸਾਹਿਬ ਦੀ ਤੇ ਉਹਨਾਂ ਦੀ ਔਲਾਦ ਦੀ ਹੈ ਤੇ ਉਹਨਾਂ ਦੇ ਸਰਬਰਾਹ ਚੌਧਰੀ ਸ਼ਜਾਹ ਸਾਹਿਬ ਨੇ। ਤੇ ਇਨਸ਼ਾਅੱਲਾ ਤਾਲਾ ਤੁਸੀਂ ਪੰਜਾਬ 'ਚ ਪੂਰੇ ਪੰਜਾਬ 'ਚ ਚੌਧਰੀ ਸਰਵਰ ਸਾਹਿਬ ਦੇ ਆਉਣੇ ਨਾਲ ਵਜਾਹ ਸਾਹਿਬ ਦੇ ਦੁਬਾਰਾ ਆਉਣੇ ਨਾਲ ਤੁਸੀਂ ਵੇਖੋ ਦੇ ਪੂਰੇ ਪੰਜਾਬ 'ਚ ਇਸ ਜਮਾਤ ਦਾ ਹੋਲੀਆ ਤਬਦੀਲ ਹੋ ਜਾਏਗਾ। ਪਾਕਿਸਤਾਨ ਭਾਰਤੀ ਤਰ੍ਹਾਂ ਗੁਜਰਾਤ ਦੇ ਵਿੱਚ ਵੀ ਜ਼ਿਲ੍ਹਾ ਗੁਜਰਾਤ ਵਿੱਚ ਇੱਕ ਬਹੁਤ ਬੜੀ ਹੰਗਾਮਾ ਰਹੀ, ਬੜੇ ਮਸਾਇਲ ਸਾਹਮਣੇ ਆਏ। ਕੀ ਤੁਸੀਂ ਕਹਿਣਾ ਚਾਹੋਗੇ ਇਸ ਵਾਲੇ ਨੂੰ? ਉਹਦੇ 'ਚ ਅੱਲਾ ਦਾ ਸ਼ੁਕਰ ਹੈ। ਮੈਂ ਤੇ ਐਪਰੀਸ਼ੀਏਟ ਕਰਾਂਗਾ ਗੁਜਰਾਤ ਦੀ ਇੰਤਜ਼ਾਮੀਆ ਨੂੰ, DC ਸਾਹਿਬ ਨੂੰ, DPO ਸਾਹਿਬ ਨੂੰ ਕਿ ਸਾਰੇ ਮੁਲਕ 'ਚ ਏਡੇ ਨੁਕਸਾਨ ਹੋਏ ਨੇ ਲੇਕਿਨ ਅੱਲਾ ਦਾ ਸ਼ੁਕਰ ਹੈ ਸਾਡੇ ਮੁਲਕ 'ਚ ਕੋਈ ਸਾਡੇ ਜ਼ਿਲ੍ਹੇ ਗੁਜਰਾਤ 'ਚ ਕੋਈ ਐਸਾ ਕਾਬਿਲ ਜ਼ਿਕਰ ਨੁਕਸਾਨ ਨਹੀਂ ਹੋਇਆ। ਛੋਟੇ ਮੋਟੇ ਜਲੂਸ ਜਲਸੀਆਂ ਨਿਕਲਦੀਆਂ ਰਹੀਆਂ ਨੇ ਤੇ ਉਹਨੂੰ ਇੰਤਜ਼ਾਮੀਆ ਨੇ ਆਪਣੀ ਬਿਹਤਰੀਨ ਹਿਕਮਤ ਅਮਲੀ ਨਾਲ ਔਰ ਸਬਰ ਨਾਲ ਉਹਨੂੰ ਕੰਟਰੋਲ ਕੀਤਾ ਔਰ ਸਾਡੇ ਜ਼ਿਲ੍ਹੇ ਦੇ ਲੋਕ ਵੀ ਐਡੇ ਵਾਇਲਡ ਸਾਬਤ ਨਹੀਂ ਹੋਏ ਕਿ ਆ ਕੋਈ गिराओ जलाओ या कोई अल्हम्दुलिल्लाह को बड़ा वाक़या नहीं होया। एक हमारे सियासतदान है चौधरी परवेज लाई साहब, तो उन्होंने सियासत का मुंह काला कर दिया। ऐसे ऐसी उन्होंने हरकतें की हैं कि सारा गुजरात भी परेशान है, उनका ख़ानदान भी परेशान है, उनके वोटर सपोर्टर भी परेशान है। उन्होंने भी, मैं समझता हूँ कि गुजरात की सियासत का बड़ा नाम था, उन्होंने भी गुजरात की सियासत का मुंह काला कर दिया। असम्बली में जिस दिन उन्होंने पायोडीर बाजू पे लगा के वो ऐसे किया था, उसके बाद उनकी पता नहीं कौन उनका मशीर है, अल्लाह ही बेहतर जानता है। उसके बाद उन्होंने गुजरात की सियासत का भी मुंह काला कर। पाकिस्तान चूँकि एक एटमी मुल्क है और इसकी दुनिया की मजबूत तरीन फौज है। हमारे जो दुश्मन है उनका टारगेट इमरान खान है, हमारे दुश्मनों का टारगेट जरदारी है, हमारे दुश्मनों का टारगेट नवाज शरीफ है, उनके टारगेट तो पाक फौज है, उनके टारगेट तो आपके एटम बम है, उनके टारगेट तो आपके मिसाइल हैं, उनके टारगेट तो आपके थंडर त्यारे हैं, उनके टारगेट तो आपकी फ़ौज की वो सलाहियत है कि जिसको इस्तेमाल करके फ़ौज आप दुनिया की बेहतरीन फ़ौजों में पहुंची हुई है। ये जो मिसाइल हमारे एटमी 500 मील तक जाके मार करते हैं, ये सियासतदानों ने बनाए हैं, ये साइंसदानों ने बनाए हैं और फ़ौज ने उनसे बनवाए हैं और उसके लिए उन्होंने पूरी कई साल की मेहनत की है। कई जर्नैल इसमें होके गुजर गए हैं और कईयों ने होके गुजर जाना है। तो ये पूरी कौम को इस बात का ख्याल रखना चाहिए कि हमारे दुश्मन का टारगेट क्या है, तो उस टारगेट को अचीव करने में हमें उनकी मदद नहीं करनी चाहिए। चौधरी वजाह साहब का एक अपना तरीका था, मैंने आज तक कोई वीलाग पे मेरे उनके अच्छे दिन गुजरे हैं। उनका एक तरीका था कि किसी अपने बंदे को उन्होंने दबाना होता था
تو وہ اس کے سر پہ ہاتھ پھیرتے تھے. وہ پتہ نہیں چلتا تھا کہ یہ سر پہ پیار پھیر رہے ہیں کہ دبا رہے ہیں. 4-5 سال بندہ سوچتا رہتا تھا کہ چوئی صاحب نے مجھے دبایا ہے کہ مجھے ذرا زیادہ پیار کیا. اتنے میں 4-5 سال گزر گئے ہوتے تھے. پھر کوئی نئے کام شروع ہو جاتے تھے یا اور کوئی حالات بدل جاتے تھے. یہ چوئی صاحب کا بیٹا ہے چوہدری سہیل اللہ، یہ کوئی امریکہ سے ایسی سائنس پڑھ کے آیا ہے. انہوں نے آ کے سفید بالوں کے سروں پہ سیدھے جوتے رکھنے شروع کر دی، اپنا پاؤں رکھ کے دبانا شروع کر دی. آگے الیکشن ہوگا، الیکشن تو انشاءاللہ اس ملک میں ہونا ہی ہونا ہے، آج ہو کل ہو. فوری نہیں دیکھتے آپ؟ فوری طور پہ تو ابھی اس طرح کے حالات نہیں ہیں الیکشن والے. ابھی تو بھی آئے گی. ابھی تو یہ حالات ہوئے ہیں کہ بہت زیادہ پہلے لوگ پارٹی تبدیل کرتے تھے. آج کل ایک نیا ٹرینڈ ہے کہ لوگ سیاست سے ہی دستبردار ہو رہے ہیں. وہ کہہ رہا ہے جی میں ساری زندگی کے لیے میں نے سیاست چھوڑ دی، میں سیاست ہی نہیں کرنا چاہتا. اس نہج تک یہ جو ہمارے لیڈران ہیں پاکستان کے، انہوں نے لوگوں کو پہنچا دیا ہے کہ جنہوں نے ساری زندگی سیاست کی اور اس ملک کی خدمت کی، آج وہ سیاست سے دستبردار ہو رہے ہیں، سیاست ہی چھوڑ رہے ہیں. میں بہت پہلے ایک دفعہ چوہدری سہیل اللہ ہی آئے، میری کوئی فوتگی تھی اس پہ افسوس کرنے، تو مجھے کہتے ہیں کوئی سیاسی مشورہ دیں. تو میں نے ان کو کہا میں گاؤں کا رہنے والا ایک جٹ سا آدمی ہوں، مجھے اتنا پتہ ہے کہ جس گھر میں زیادہ چودھری ہوں وہ گھر آباد نہیں رہتا، اور جس گھر میں ایک چودھری ہو وہ گھر آباد رہتا ہے. چودھری یہ سارے ہیں، لیکن ایک کو آگے لگا لیں اور اس کے پیچھے لگ جائیں. یہ پیچھے سے نکل کے آگے نہ بھاگے. امریکہ میں 2 سال پڑھ کے آ کے تو سفید داڑھیوں والوں کو پیچھے دھکے دیں اور ایک سیلفی اور ایک ٹیلی فون والے کو آپ بولیں ادھر میرے قریب آ جاؤ. ان کو سوچنا پڑے گا. ہر بندے کا ایک مقام ہے عمر کے لحاظ سے، اس کی سیاسی حیثیت کے لحاظ سے. جب آپ اسے وہ دیں گے تو پھر لوگ بھی آپ سے محبت کریں. میں چونکہ چوئی صاحب کے ساتھ بڑا عرصہ رہا ہوں تو مجھے ان کے حالات کا، ان کے خیالات کا، ان کی سوچ کا بخوبی اندازہ ہے. چوہدری وجاہت صاحب کبھی بھی مسلم لیگ نون کے خلاف نہیں رہے. کسی انڈیویجول امیدوار کے خلاف ہونا اور بات ہے، لیکن ان کی اندر سے ہمدردیاں ہمیشہ مسلم لیگ نون سے رہتی تھی. چوہدری شجاع صاحب بھی ایسے ہی تھے. یہ صرف ایک پرویز صاحب تھے جو وزارت اعلیٰ کے لیے شہباز شریف اور پرویز صاحب نے آپس میں متھا اور جنگ لگائی ہوئی تھی، تو اس جنگ کی وجہ سے اس پارٹی مسلم لیگ کو نقصان پہنچا. ورنہ وجاہت صاحب کئی دفعہ مجھے خود پتہ ہے کہ وہ چاہتے تھے کہ ہمارے جھگڑے آپس میں اس حد تک نہ جائیں، سیاسی حد تک رہیں، لیکن یہ پرویز صاحب ختم ہونے نہیں دیتے تھے. اب انہوں نے ایک نیا کٹا کھولتا ہے جی، ان بلا چوک کے مونڈے تے رکھ لیا. کدے جناب نواز شریف آیا اتنے گجرات، وہ گڈی چوک کے مونڈے تے رکھ لی. کدے زرداری صاحب دے ڈپٹی پرائم منسٹر بنے ہیں، ہوں جناب بلا مونڈے تے رکھے ہیں. شاباش بھائی تیرے، اسی گجرات دے بندے تیرے لے لیا اور تیرے پیچھے لگے رہے، جدھر تو جائیں ادھر سی ٹر جائیں. حسین صاحب جڑے نے انہوں میں تو میرا ایک خصوصی پیغام ہے کہ اپنے والد صاحب نے مشورہ کر کے انہوں دی ہدایات تے عمل کرو. پرویز لائی تے مونس دی ہدایات تے عمل نہ کرو، وہ تباہی دا رستہ. انہوں دی جس دن تساں ہدایات تے عمل کیتی، انہوں دے ساتھیاں نوں عزت دیتی، انہوں دے طریقے نال سیاست کیتی، کوئی وجہ نہیں کامیاب نہ ہوئے. لیکن اگر اپنی سائنس کیتی، سرائے ڈینگ تو فلاں ڈینگ والی سیاست کیتی تو جناب تسی اگلے 100 سال بھی ایم این اے نہیں بن سکتے. چودھری افغان فاروق صاحب چونکہ سینئر رہنما ہیں مسلم لیگ کاف سے، بڑے پرانے رہنما درینا ساتھی ہوئے چوہدری وجاہت حسین صاحب کے، انہوں نے مکمل جو بتایا بھی کہ آنے والے ٹائم میں کیا ہونے جا رہا ہے. اور ان کا یہ بھی کہنا ہے کہ یہ کوئی مقدمہ یا کسی دباؤ کے معاملے میں جو ہے ان کا میرا نہیں خیال کہ وہ واپسی گئے ہیں. ان کی جو واپسی ہے یہ بہت پہلے ہو جانی چاہیے تھی، بلکہ انہیں تحریک انصاف میں جانا ہی نہیں چاہیے تھا. مزید اپڈیٹ کے لیے دیکھتے رہیں نیوز الرٹ گجرات.